गुड मॉर्निंग ऑल। मैं मोनिका मेहता साइंस मिस्ट्रेस। ਅੱਜ ਤੁਹਾਨੂੰ ਕਰਵਾ ਰਹੇ ਹੈਗੇ ਆ ਪ੍ਰਕਾਸ਼ ਦਾ ਅਪਵਰਤਨ ਉੱਤਲ ਤੇ ਅਵਤਲ ਲੈਂਸ ਦੇ ਬਾਰੇ। ਪਾਠ 10ਵਾਂ GSS ਲੋਹਗੜ੍ਹ। ਜਿਵੇਂ ਕਿ ਅਸੀਂ ਇਸ 'ਚ ਦੇਖ ਰਹੇ ਹੈਗੇ ਆ ਕਿ ਪੈਰਲਲ ਕਿਰਨਾਂ ਆ ਰਹੀਆਂ। ਜਦੋਂ ਅਸੀਂ ਉੱਤਲ ਦਰਪਣ ਰੱਖਦੇ ਹਾਂ ਤਾਂ ਕਿਰਨਾਂ ਸਾਰੀਆਂ ਕੀ ਹੈ ਫੋਕਸ 'ਤੇ ਇਕੱਠੀਆਂ ਹੋ ਜਾਂਦੀਆਂ, ਔਰ ਜਦੋਂ ਅਸੀਂ ਅਵਤਲ ਲੈਂਸ ਰੱਖਦੇ ਹਾਂ ਤਾਂ ਕਿਰਨਾਂ ਕੀ ਹੈ ਖਿੰਡ ਰਹੀਆਂ। ਦੁਬਾਰਾ ਦੇਖੋ, ਇੱਕ ਲੈਂਸ ਹੈ ਉੱਤਲ ਲੈਂਸ। ਉੱਤਲ ਲੈਂਸ ਦੇ ਸਾਹਮਣੇ ਕਿਰਨਾਂ ਸਾਰੀਆਂ ਇਕੱਠੀਆਂ ਹੋ ਰਹੀਆਂ ਅਤੇ ਅਵਤਲ ਲੈਂਸ ਨਾਲ ਕੀ ਹੈ ਖਿੰਡ ਰਹੀਆਂ। ਇੱਦਾਂ ਕਿਉਂ ਹੁੰਦਾ ਹੈ, ਆਓ ਡਿਟੇਲ 'ਚ ਜਾਣੀਏ ਕਿ ਪ੍ਰਕਾਸ਼ ਦਾ ਇਹ ਕਿਸ ਤਰ੍ਹਾਂ ਹੁੰਦਾ ਹੈ। ਜਿਵੇਂ ਕਿ ਤੁਸੀਂ ਇਸ 'ਚ ਦੇਖ ਸਕਦੇ ਹੋ ਕਿ ਲੈਂਸ ਦੀ ਹੈਲਪ ਦੇ ਨਾਲ ਸੂਰਜ ਦੇ ਪ੍ਰਕਾਸ਼ ਨੂੰ ਇੱਕ ਲੱਕੜੀਆਂ ਦੇ ਢੇਰ 'ਤੇ ਫੋਕਸ ਕੀਤਾ ਜਾਂਦਾ ਅਤੇ ਜਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਇਸ ਲੈਂਸ ਨੂੰ ਅਸੀਂ ਵਰਦਰਸ਼ੀ ਲੈਂਸ ਵੀ ਕਹਿੰਦੇ ਹਾਂ। ਸੂਰਜ ਦੇ ਪ੍ਰਕਾਸ਼ ਨੂੰ ਇੱਕ ਬਿੰਦੂ 'ਤੇ ਇਕੱਠਾ ਕਰੇਗਾ, ਉਸ ਬਿੰਦੂ ਨੂੰ ਅਸੀਂ ਕੀ ਹੈ ਫੋਕਸ ਕਹਿੰਦੇ ਹਾਂ। ਤਾਂ ਇੱਦਾਂ ਜੋ ਪੱਤੇ ਨੂੰ ਜਾਂ ਕਾਗਜ਼ ਨੂੰ ਕੀ ਹੈ ਅੱਗ ਲੱਗ ਜਾਂਦੀ ਹੈਗੀ ਆ, ਔਰ ਇਸ ਲੈਂਸ ਨੂੰ ਉੱਤਲ ਲੈਂਸ ਕਿਹਾ ਜਾਂਦਾ, ਔਰ ਇਹਨੂੰ ਵਰਦਰਸ਼ੀ ਲੈਂਸ ਵੀ ਕਹਿ ਸਕਦੇ ਹਾਂ। ਤੁਸੀਂ ਆਹ ਕਿਰਿਆ ਦੇਖ ਸਕਦੇ ਹੈਗੇ ਹੋ। ਅਸੀਂ ਲੇਜ਼ਰ ਦੀ ਹੈਲਪ ਦੇ ਨਾਲ ਲਾਈਟ ਦੀਆਂ ਸਮਾਨਾਂਤਰ ਕਿਰਨਾਂ ਭੇਜ ਰਹੇ ਹਾਂ, ਉਹ ਫੋਕਸ F 'ਤੇ ਇਕੱਠੀਆਂ ਹੋ ਰਹੀਆਂ। ਤਾਂ ਇਹਦਾ ਮਤਲਬ ਇਹ ਕੀ ਹੈ ਉੱਤਲ ਲੈਂਸ ਹੈਗਾ। ਉੱਤਲ ਲੈਂਸ ਦੀ ਹੈਲਪ ਦੇ ਨਾਲ ਜੋ ਕਿਰਨਾਂ ਹੈਗੀਆਂ ਸਕਰੀਨ ਦੇ ਉੱਤੇ ਇਕੱਠੀਆਂ ਹੋ ਰਹੀਆਂ। ਤਾਂ ਉੱਤਲ ਲੈਂਸ ਜਿਹੜਾ ਹੈਗਾ ਹੁੰਦਾ ਕੀ ਹੈ, ਇਸ ਨੂੰ ਬਣਾਇਆ ਕਿਵੇਂ ਜਾਂਦਾ। ਜਿਹੜਾ ਵੀ ਲੈਂਸ ਹੈ ਉਹ ਗੋਲੇ ਦਾ ਇੱਕ ਪਾਰਟ ਹੁੰਦਾ। ਜੇ ਗੋਲੇ ਦਾ ਬਾਹਰਲਾ ਹਿੱਸਾ ਲਿਆ ਜਾਂਦਾ ਤਾਂ ਠੀਕ ਹੈ, ਤੁਸੀਂ ਦੇਖ ਸਕਦੇ ਹੋ ਗੋਲੇ ਦਾ ਜਿਹੜਾ ਇੱਕ ਕੇਂਦਰ ਹੋਏਗਾ ਉਹਨੂੰ ਵਕਰਤਾ ਕੇਂਦਰ ਕਹਿੰਦੇ ਆ। ਫੋਕਸ F ਜਿੱਥੇ ਸਾਰੀਆਂ ਕਿਰਨਾਂ ਇਕੱਠੀਆਂ ਹੁੰਦੀਆਂ ਉਸ ਨੂੰ ਫੋਕਸ ਕਹਿੰਦੇ ਆ, ਔਰ ਲੈਂਸ ਦੇ ਮੱਧ ਨੂੰ ਪ੍ਰਕਾਸ਼ ਕੇਂਦਰ ਕਹਿੰਦੇ ਆ। ਤਾਂ ਇੱਦਾਂ ਅਸੀਂ ਉੱਤਲ ਅਤੇ ਅਵਤਲ ਲੈਂਸ ਬਣਾਉਂਦੇ ਹੈਗੇ ਆ। ਦੁਬਾਰਾ ਦੇਖ ਲਓ, ਔਰ ਇੱਧਰ ਫੋਕਸ ਮੀਨਜ਼ ਇੱਕ ਲੈਂਸ ਦੇ ਦੋਨੋਂ ਪਾਸੇ ਫੋਕਸ ਹੋਣਗੇ, ਸੱਜੇ ਅਤੇ ਖੱਬੇ ਦੋਨੋਂ ਪਾਸੇ ਵਕਰਤਾ ਕੇਂਦਰ ਹੋਣਗੇ। ਇਹ ਕੀ ਹੈ ਉੱਤਲ ਲੈਂਸ ਹੈਗਾ, ਔਰ ਦੁਬਾਰਾ ਯੂ ਕੈਨ ਸੀ ਇਹ ਅਵਤਲ ਲੈਂਸ ਹੈਗਾ। ਠੀਕ ਹੈ, ਜਿਹੜਾ ਵਿਚਾਲੋਂ ਪਤਲਾ ਅਤੇ ਕਿਨਾਰਿਆਂ ਤੋਂ ਮੋਟਾ ਉਹ ਅਵਤਲ ਲੈਂਸ ਹੈ। ਉੱਤਲ ਲੈਂਸ ਕੀ ਹੋਏਗਾ ਵਿਚਾਲੋਂ ਉੱਭਰਿਆ ਵਾ, ਸਾਈਡਾਂ ਤੋਂ ਪਤਲਾ, ਅਤੇ ਇਹਦੀ ਜਿਹੜੀ ਹੈਗੀ ਹੈ ਫੋਕਸ ਦੂਰੀ ਪਲੱਸ ਹੋਏਗੀ, ਔਰ ਅਵਤਲ ਦੀ ਮਾਈਨਸ ਹੁੰਦੀ ਹੈ ਫੋਕਸ ਦੂਰੀ। ਠੀਕ ਹੈ, ਸਾਰਾ ਅਸੀਂ ਜਾਣਨਾ। ਔਰ ਜਿਹੜੀ ਰੇਖਾ ਫੋਕਸ 'ਚੋਂ ਅਤੇ ਵਕਰਤਾ ਕੇਂਦਰ 'ਚੋਂ ਲੰਘਦੀ ਹੈ ਅਤੇ ਪ੍ਰਕਾਸ਼ ਕੇਂਦਰ 'ਚੋਂ, ਉਸ ਨੂੰ ਅਸੀਂ ਕੀ ਕਹਿੰਦੇ ਹਾਂ ਪ੍ਰਿੰਸੀਪਲ ਐਕਸਿਸ ਜਾਂ ਮੁੱਖ ਫੋਕਸ। ਆਓ ਅਸੀਂ ਜਾਣੀਏ ਇਹਨਾਂ ਦੇ ਹੋਰ ਨਾਂ ਅਭਿਸਾਰੀ ਅਤੇ ਅਪਸਾਰੀ। ਠੀਕ ਹੈ, ਦੇਖੋ ਇਹਦੇ ਵਿੱਚ ਉੱਤਲ ਜਿਹੜਾ ਲੈਂਸ ਹੈ ਉਹਨੂੰ ਅਭਿਸਾਰੀ ਲੈਂਸ ਕਹਿੰਦੇ ਹਾਂ, ਅਤੇ ਅਵਤਲ ਲੈਂਸ ਨੂੰ ਅਸੀਂ ਕੀ ਕਹਾਂਗੇ ਅਪਸਾਰੀ। ਇਹ ਕਿਰਨਾਂ ਨੂੰ ਕੀ ਕਰ ਰਿਹਾ ਖੜਾ ਰਿਹਾ। ਅਭਿਸਾਰੀ ਮੀਨਸ ਇਕੱਠਾ ਕਰ ਰਿਹਾ। ਸਮਾਨਾਂਤਰ ਕਿਰਨਾਂ ਫੋਕਸ F 'ਤੇ ਇਕੱਠੀਆਂ ਹੋ ਜਾਣਗੀਆਂ ਤਾਂ ਇਹਨੂੰ ਕਨਵਰਜਿੰਗ ਅਤੇ ਡਾਇਵਰਜਿੰਗ ਜਾਂ ਅਭਿਸਾਰੀ ਅਤੇ ਅਪਸਾਰੀ ਲੈਂਸ ਵੀ ਕਹਿੰਦੇ ਹਨ। ਆਓ ਅਸੀਂ ਹੋਰ ਰੇ ਡਾਇਗਰਾਮ ਦੀ ਹੈਲਪ ਦੇ ਨਾਲ ਅਸੀਂ ਜਾਣੀਏ ਇਹਨਾਂ ਲੈਂਸਾਂ ਦੇ ਬਾਰੇ। ਉੱਤਲ ਲੈਂਸ ਹੈ, ਸਮਾਨਾਂਤਰ ਕਿਰਨਾਂ ਕੀ ਹੈ ਇੱਕ ਬਿੰਦੂ 'ਤੇ ਇਕੱਠੀਆਂ ਹੋ ਰਹੀਆਂ ਹਨ, ਇਸ ਕਰਕੇ ਇਹਨੂੰ ਕੀ ਕਹਿੰਦੇ ਆ ਅਭਿਸਾਰੀ ਲੈਂਸ। ਠੀਕ ਹੈ, ਦੇਖ ਸਕਦੇ ਹੈਗੇ ਹੋ ਫੋਕਸ F 'ਤੇ ਇਕੱਠੀਆਂ ਹੋਣਗੀਆਂ। ਸੇਮ ਇਹੀ ਜੋ ਅਸੀਂ ਪਹਿਲਾਂ ਕਰ ਚੁੱਕੇ ਹਾਂ, ਸੂਰਜ ਦੀ ਰੋਸ਼ਨੀ ਨੂੰ ਫੋਕਸ F 'ਤੇ ਇਕੱਠਾ ਕਰਦੇ ਹਾਂ ਤਾਂ ਇੱਕ ਬਿੰਦੂ 'ਤੇ ਸੂਰਜ ਦੀਆਂ ਕਿਰਨਾਂ ਕੀ ਹੈ ਇਕੱਠੀਆਂ ਹੋ ਜਾਂਦੀਆਂ ਹੈਗੀਆਂ। ਉਸ ਜਗ੍ਹਾ 'ਤੇ ਰੱਖੇ ਪੱਤੇ ਨੂੰ ਜਾਂ ਕਾਗਜ਼ ਨੂੰ ਕੀ ਲੱਗ ਜਾਏਗੀ ਅੱਗ ਲੱਗ ਜਾਏਗੀ। ਇਹ ਬਹੁਤ ਸਾਰੇ ਚਿੱਤਰ ਦਿਖਾਏ ਗਏ ਆ। ਸਭ ਤੋਂ ਪਹਿਲੀ ਡਾਇਗਰਾਮ ਦੇ ਵਿੱਚ ਜਿਹੜੀਆਂ ਸਮਾਨਾਂਤਰ ਕਿਰਨਾਂ ਫੋਕਸ F 'ਤੇ ਇਕੱਠੀਆਂ ਹੋ ਜਾਂਦੀਆਂ। ਉੱਤਲ ਦਰਪਣ ਦੇ ਸਾਹਮਣੇ ਰੱਖੀ ਵਸਤੂ ਦਾ ਪ੍ਰਤੀਬਿੰਬ ਕਿੱਥੇ ਬਣੇਗਾ। ਠੀਕ ਹੈ, ਕਿਹੋ ਸਥਿਤੀ ਅਤੇ ਸਰੂਪ ਕਿਹੋ ਜਿਹਾ ਹੋਏਗਾ। ਤਾਂ ਸਭ ਤੋਂ ਪਹਿਲਾਂ ਵਸਤੂ ਨੂੰ ਅਨੰਤ 'ਤੇ ਰੱਖਿਆ ਜਾਂਦਾ ਤਾਂ ਫੋਕਸ F 'ਤੇ ਸਾਰੀਆਂ ਕਿਰਨਾਂ ਇਕੱਠੀਆਂ ਹੋ ਜਾਣਗੀਆਂ। ਛੋਟਾ ਵਾਸਤਵਿਕ ਪ੍ਰਤੀਬਿੰਬ ਬਣੇਗਾ। ਫਿਰ ਸੈਕਿੰਡ ਡਾਇਗਰਾਮ ਇੱਧਰੋਂ ਰਾਈਟ ਸਾਈਡ 'ਤੇ ਸੈਕਿੰਡ ਜਿਹੜੀ ਹੈਗੀ ਹੈ ਟੋਪ 'ਤੇ ਵਸਤੂ ਕੀ ਹੈ C ਤੋਂ ਪਰਾਂ ਵਕਰਤਾ ਕੇਂਦਰ ਤੋਂ ਪਰਾਂ ਹੈ। ਅਸੀਂ ਦੋ ਸਮਾਨਾਂਤਰ ਕਿਰਨਾਂ ਇੱਕ ਸਮਾਨਾਂਤਰ ਕਿਰਨ ਜਿਹੜੀ ਹੈਗੀ ਆ ਉਹ ਫੋਕਸ F 'ਚੋਂ ਲੰਘੇਗੀ। ਇੱਕ ਕਿਰਨ ਕੀ ਆ
ਪ੍ਰਕਾਸ਼ ਕੇਂਦਰ 'ਚੋਂ ਪਾਸ ਕਰਦੇ ਹੈਗੇ ਆ ਤਾਂ ਦੋਨੋਂ ਕਿਰਨਾਂ ਕੀ ਹੈ A ਡੈਸ਼ B ਡੈਸ਼ 'ਤੇ ਬਣ ਜਾਂਦੀਆਂ। ਤੁਸੀਂ ਦੇਖ ਸਕਦੇ ਹੋ ਇਹਦਾ ਪ੍ਰਤੀਬਿੰਬ ਵਾਸਤਵਿਕ ਬਣਿਆ, ਉਲਟਾ ਬਣਿਆ ਅਤੇ ਛੋਟਾ ਬਣਿਆ। ਫਿਰ ਵਸਤੂ ਨੂੰ C 'ਤੇ ਰੱਖਿਆ ਜਾਂਦਾ ਤਾਂ ਪ੍ਰਤੀਬਿੰਬ ਵੀ ਸੇਮ ਡਾਇਗਰਾਮ ਹੈ। ਸਮਾਨਾਂਤਰ ਕਿਰਨ ਫੋਕਸ F 'ਚੋਂ ਜਾਏਗੀ ਅਤੇ ਇੱਕ ਪ੍ਰਕਾਸ਼ ਦੀ ਕਿਰਨ ਜਿਹੜੀ ਪ੍ਰਕਾਸ਼ ਕੇਂਦਰ 'ਚੋਂ ਜਾਂਦੀ ਹੈਗੀ ਉਹ ਉਵੇਂ ਹੀ ਵਾਪਸ ਮੁੜ ਜਾਏਗੀ। ਤਾਂ ਦੋਨੋਂ ਕੀ ਹੈ A ਡੈਸ਼ B ਡੈਸ਼ 'ਤੇ ਸੇਮ ਸਾਈਜ਼ ਦਾ ਵਾਸਤਵਿਕ ਅਤੇ ਉਲਟਾ ਪ੍ਰਤੀਬਿੰਬ ਬਣਦਾ ਹੈ। ਫਿਰ ਵਸਤੂ ਨੂੰ F ਅਤੇ 2F ਦੇ ਵਿਚਕਾਰ ਜਿਵੇਂ ਜਿਵੇਂ ਅਸੀਂ ਵਸਤੂ ਨੂੰ ਲੈਂਸ ਦੇ ਕੋਲ ਲੈ ਕੇ ਆਉਂਦੇ ਹਾਂ ਪ੍ਰਤੀਬਿੰਬ ਕੀ ਆ ਵੱਡਾ ਹੋ ਰਿਹਾ ਹੈਗਾ। ਠੀਕ ਹੈ, ਫਿਰ ਫੋਕਸ 'ਤੇ ਰੱਖਦੇ ਹਾਂ ਤਾਂ ਪ੍ਰਤੀਬਿੰਬ ਕਿੱਥੇ ਬਣੇਗਾ ਅਨੰਤ 'ਤੇ ਬਣੇਗਾ। ਫਿਰ ਫੋਕਸ 'ਤੇ ਪ੍ਰਕਾਸ਼ ਕੇਂਦਰ ਦੇ ਵਿਚਕਾਰ ਰੱਖਦੇ ਹੈਗੇ ਆ ਤਾਂ ਕਿਰਨਾਂ ਕੀ ਹੈ ਨਹੀਂ ਮਿਲਦੀਆਂ, ਉਹਨਾਂ ਨੂੰ ਪਿੱਛੇ ਵਧਾ ਕੇ ਲੱਗਦਾ ਕਿ ਕਿਰਨਾਂ ਪਿੱਛੋਂ ਆ ਰਹੀਆਂ ਹੈਗੀਆਂ ਤਾਂ A ਡੈਸ਼ B ਡੈਸ਼ ਆਭਾਸੀ ਸਿੱਧਾ ਅਤੇ ਵੱਡੇ ਸਾਈਜ਼ ਦਾ ਪ੍ਰਤੀਬਿੰਬ ਬਣਦਾ। ਇਸ ਪੋਜੀਸ਼ਨ ਨੂੰ ਅਗਰ ਅਸੀਂ ਦੇਖੀਏ, ਠੀਕ ਹੈ, ਮੈਂ ਪਹਿਲਾਂ ਇਹ ਵਾਲੀ ਪੋਜੀਸ਼ਨ ਨੂੰ ਅਗਰ ਤੁਸੀਂ ਦੇਖੋ ਤਾਂ ਇਹ ਵਾਲੀ ਪੋਜੀਸ਼ਨ ਨੂੰ ਇਹਨੂੰ ਮਾਈਕ ਸਿੰਪਲ ਐਜ਼ ਏ ਵੱਡਦਰਸ਼ੀ ਲੈਂਸ ਦੇ ਤੌਰ 'ਤੇ ਇਸ ਨੂੰ ਵਰਤਿਆ ਜਾਏਗਾ ਅਕੋਰਡਿੰਗ ਟੂ ਦਿਸ ਡਾਇਗਰਾਮ। ਪੈਰਲਲ ਲਾਈਨਸ ਲੈਣੀਆਂ ਤਾਂ ਉਹਦੇ ਲਈ ਇਸ ਡਾਇਗਰਾਮ ਨੂੰ ਯੂਜ਼ ਕੀਤਾ ਜਾਂਦਾ। ਸੋਲਰ ਕੁੱਕਰ ਦੇ ਵਿੱਚ ਉੱਤਲ ਲੈਂਸ ਨੂੰ ਵਰਤਿਆ ਜਾਂਦਾ ਤਾਂ ਇੱਥੇ ਅਗਰ ਖਾਣਾ ਰੱਖਦੇ ਹਾਂ ਅਸੀਂ ਉਹ ਕੀ ਹੋ ਜਾਏਗਾ ਗਰਮ ਹੋ ਜਾਏਗਾ ਤਾਂ ਉੱਤਲ ਲੈਂਸ ਨੂੰ ਫੋਕਸ ਕਰਨ ਲਈ ਰੇਸ ਨੂੰ ਯੂਜ਼ ਕੀਤਾ ਜਾਂਦਾ। ਆਓ ਅਸੀਂ ਇਹਨਾਂ ਸਾਰਿਆਂ ਨੂੰ ਇੱਕ ਇੱਕ ਕਰਕੇ ਜਾਣੀਏ। ਉੱਤਲ ਲੈਂਸ ਹੈ, ਇਹਦਾ ਫੋਕਸ ਠੀਕ ਹੈ ਦੋਨੋਂ ਸਾਈਡ 'ਤੇ ਹੋਏਗਾ ਸੱਜੇ ਖੱਬੇ। ਵਸਤੂ AB ਤਾਂ ਇਹ ਤੋਂ ਕਿਰਨ ਆ ਰਹੀ ਹੈਗੀ ਹੈ ਸਮਾਨਾਂਤਰ ਹੋ ਕੇ ਫੋਕਸ 'ਚੋਂ ਲੰਘ ਜਾਏਗੀ। ਇੱਕ ਕਿਰਨ ਪ੍ਰਕਾਸ਼ ਕੇਂਦਰ 'ਚੋਂ ਜਾਂਦੀ ਹੈਗੀ ਹੈ ਤਾਂ ਜਿੱਥੇ ਦੋਨੋਂ ਕਿਰਨਾਂ ਮਿਲਣਗੀਆਂ ਉੱਥੇ ਕੀ ਹੈ ਵਸਤੂ ਦਾ ਪ੍ਰਤੀਬਿੰਬ ਬਣ ਜਾਏਗਾ। ਦੁਬਾਰਾ ਦੇਖ ਸਕਦੇ ਹੋ ਵਸਤੂ ਦੋਨੋਂ ਫੋਕਸ ਉੱਤਲ ਲੈਂਸ ਹੈਗੀ ਆ। ਸਮਾਨਾਂਤਰ ਕਿਰਨ ਜਿਹੜੀ ਹੈਗੀ ਆ ਮੁੱਖ ਧੁਰੇ ਦੇ ਉਹ ਕਿੱਥੋਂ ਜਾਏਗੀ ਫੋਕਸ 'ਚੋਂ, ਜਿਹੜੀ ਕਿਰਨ ਪ੍ਰਕਾਸ਼ ਕੇਂਦਰ 'ਚੋਂ ਲੰਘ ਰਹੀ ਹੈਗੀ ਆ ਉਹ ਵਾਪਸ ਉਵੇਂ ਹੀ ਵਾਪਸ ਆ ਜਾਏਗੀ। ਦੋਨੋਂ ਕਿਰਨਾਂ ਜਿੱਥੇ ਮਿਲਦੀਆਂ ਹਨ ਉਸ ਜਗ੍ਹਾ 'ਤੇ ਕੀ ਬਣਦਾ ਹੈਗਾ ਵਾਸਤਵਿਕ ਉਲਟਾ ਅਤੇ ਛੋਟੇ ਸਾਈਜ਼ ਦਾ ਪ੍ਰਤੀਬਿੰਬ ਬਣ ਰਿਹਾ ਹੈਗਾ ਉੱਤਲ। ਇੱਦਾਂ ਹੀ ਸਾਰੀਆਂ ਡਾਇਗਰਾਮਸ ਕਰਨੀਆਂ ਅਸੀਂ ਹੌਲੀ ਹੌਲੀ ਕਰਕੇ ਵਸਤੂ ਨੂੰ ਅੱਗੇ ਲੈ ਕੇ ਆਉਂਦੇ ਰਹਿੰਦੇ ਹਾਂ। ਲੈਟਸ ਸਟੱਡੀ ਮੋਰ ਡਾਇਗਰਾਮਸ ਬਾਏ ਐਨੀਮੇਸ਼ਨ। ਦੇਖੋ F 'ਤੇ ਹੈ ਤਾਂ ਬਰਾਬਰ ਦੇ ਸਾਈਜ਼ ਦਾ ਬਣ ਰਿਹਾ, ਜਿਵੇਂ ਜਿਵੇਂ ਹੁਣ ਦੇਖੋ F 'ਤੇ ਅਨੰਤ 'ਤੇ ਬਣ ਰਿਹਾ ਹੈਗਾ। ਠੀਕ ਹੈ, ਤਾਂ ਇੱਦਾਂ ਆਭਾਸੀ ਦੁਬਾਰਾ ਇਸ ਨੂੰ ਦੇਖੋ, ਠੀਕ ਹੈ, ਅਲੱਗ-ਅਲੱਗ ਪੋਜੀਸ਼ਨਸ 'ਤੇ ਰੱਖੀ ਵਸਤੂ ਦਾ ਪ੍ਰਤੀਬਿੰਬ ਕਿਵੇਂ ਬਣਦਾ ਹੈਗਾ। ਵਸਤੂ 2F 'ਤੇ ਹੈ ਤਾਂ ਪ੍ਰਤੀਬਿੰਬ ਵੀ 2F 'ਤੇ। ਜਿਵੇਂ ਜਿਵੇਂ ਵਸਤੂ ਅੱਗੇ ਆਉਂਦੀ ਹੈ ਪ੍ਰਤੀਬਿੰਬ ਕੀ ਹੈ ਵੱਡਾ ਹੋਈ ਜਾ ਰਿਹਾ। ਨੀਚੇ ਵੀ ਤੁਸੀਂ ਦੇਖ ਸਕਦੇ ਹੋ, ਠੀਕ ਹੈ, ਜਦੋਂ ਵਸਤੂ ਪ੍ਰਕਾਸ਼ ਕੇਂਦਰ ਅਤੇ F ਦੇ ਵਿਚਕਾਰ ਆਉਂਦੀ ਹੈਗੀ ਹੈ। ਅਗੇਨ ਯੂ ਕੈਨ ਸੀ ਦਿਸ ਡਾਇਗਰਾਮ, ਠੀਕ ਹੈ, ਬੜੀ ਅੱਛੀ ਹੈ। ਇਹਦੇ ਨਾਲ ਸਾਰੀਆਂ ਉਹ ਜੋ 6 ਡਾਇਗਰਾਮਸ ਅਸੀਂ ਕੀਤੀਆਂ ਰੇ ਡਾਇਗਰਾਮਸ ਐਕਸਪਲੇਨ ਹੋ ਰਹੀਆਂ। 2F 'ਤੇ ਹੈ ਤਾਂ ਪ੍ਰਤੀਬਿੰਬ ਵੀ 2F 'ਤੇ। ਜਿਵੇਂ ਜਿਵੇਂ ਵਸਤੂ ਲੈਂਸ ਦੇ ਵੱਲ ਜਾ ਰਹੀ ਹੈ ਤਾਂ ਪ੍ਰਤੀਬਿੰਬ ਆ ਦੇਖੋ ਦੂਰ ਚਲਾ ਗਿਆ, ਹੁਣ ਆਭਾਸੀ ਬਣ ਗਿਆ। ਠੀਕ ਹੈ, ਅਗੇਨ ਐਂਡ ਅਗੇਨ ਸੀ ਦਿਸ ਕੇਅਰਫੁਲੀ, ਆਈ ਵਿਲ ਸ਼ੋ ਯੂ ਅਗੇਨ। ਨਾਓ ਸੀ ਅਗੇਨ 2F 'ਤੇ 2F 'ਤੇ। ਠੀਕ ਹੈ, ਪੌਜ਼ ਕਰਕੇ ਦਿਖਾ ਦਿੰਦੇ ਹਾਂ ਤੁਹਾਨੂੰ। F 'ਤੇ ਹੈ ਪੈਰਲਲ ਹੋ ਗਈਆਂ ਲਾਈਨਾਂ ਅਤੇ ਪ੍ਰਕਾਸ਼ ਕੇਂਦਰ ਅਤੇ F ਦੇ ਵਿਚਕਾਰ ਤਾਂ ਪ੍ਰਤੀਬਿੰਬ ਕੀ ਹੈ ਦੂਰ ਹੋ ਰਿਹਾ ਹੈਗਾ। ਦੁਬਾਰਾ ਦੇਖਣ 'ਤੇ ਜਿਵੇਂ ਜਿਵੇਂ ਵਸਤੂ ਲੈਂਸ ਦੇ ਕੋਲ ਆ ਰਹੀ ਹੈਗੀ ਆ, ਆਹ ਦੇਖੋ F 'ਤੇ ਹੈ ਤਾਂ ਸਮਾਨਾਂਤਰ ਅਨੰਤ 'ਤੇ ਬਣੇਗਾ ਪ੍ਰਤੀਬਿੰਬ। ਇੱਦਾਂ ਤੁਸੀਂ ਸਾਰੀਆਂ ਡਾਇਗਰਾਮਸ ਇਨ ਵਨ ਵੀਡੀਓ 'ਚ ਐਕਸਪਲੇਨ ਹੋ ਰਹੀਆਂ। ਹੋਰ ਦੁਬਾਰਾ ਦੇਖ ਸਕਦੇ ਹੋ ਜਿਹੜੀ ਕਿਰਨ ਸਮਾਨਾਂਤਰ ਜਾਏਗੀ ਉਹ ਫੋਕਸ F 'ਚ ਇਕੱਠੀਆਂ ਹੋ ਜਾਣਗੀਆਂ, ਇਸ ਕਰਕੇ ਇਹਨੂੰ ਅਭਿਸਾਰੀ ਉੱਤਲ ਲੈਂਸ ਨੂੰ ਅਭਿਸਾਰੀ ਲੈਂਸ ਕਿਹਾ ਜਾਂਦਾ। ਔਰ ਅਵਤਲ ਲੈਂਸ ਜਿਹੜਾ ਹੈਗਾ ਕਿਰਨਾਂ ਨੂੰ ਖਿੰਡਾਉਂਦਾ, ਇਸ ਕਰਕੇ ਇਹਨੂੰ ਅਪਸਾਰੀ ਲੈਂਸ ਕਿਹਾ ਜਾਂਦਾ। ਉੱਤਲ ਲੈਂਸ ਦਾ ਜਿਹੜਾ ਫੋਕਸ ਹੁੰਦਾ ਹੈ ਪੋਜ਼ੀਟਿਵ ਹੋਏਗਾ, ਅਵਤਲ ਲੈਂਸ ਦਾ ਮਾਈਨਸ ਹੋਏਗਾ। ਉੱਤਲ ਲੈਂਸ, ਠੀਕ ਹੈ, ਸਮਾਨਾਂਤਰ ਕਿਰਨਾਂ ਜਿਹੜੀਆਂ ਮੁੱਖ ਧੁਰੇ 'ਤੇ ਸਮਾਨਾਂਤਰ ਆਉਂਦੀਆਂ ਉਹ ਫੋਕਸ F2 'ਤੇ ਇਕੱਠੀਆਂ ਹੋ ਰਹੀਆਂ, ਤਾਂ ਕਰਕੇ ਇਸ ਨੂੰ ਸੋਲਰ ਕੁੱਕਰ 'ਚ ਵੀ ਯੂਜ਼ ਕੀਤਾ ਜਾਂਦਾ ਖਾਣਾ ਨੂੰ ਗਰਮ ਕਰਨ ਲਈ। ਠੀਕ ਹੈ, ਲਾਈਟ ਨੂੰ ਫੋਕਸ ਕਰਨ ਲਈ ਅਨੰਤ ਤੋਂ ਜਿਹੜੀਆਂ ਕਿਰਨਾਂ ਆਉਂਦੀਆਂ। ਜਦੋਂ ਵਸਤੂ ਨੂੰ
ਐਫ ਤੇ ਪ੍ਰਕਾਸ਼ ਕੇਂਦਰ ਦੇ ਫੋਕਸ ਤੇ ਪ੍ਰਕਾਸ਼ ਕੇਂਦਰ ਦੇ ਵਿਚਕਾਰ ਰੱਖਿਆ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਸਮਾਨਾਂਤਰ ਕਿਰਨ ਫੋਕਸ ਐਫ 'ਚ ਜਾਏਗੀ ਔਰ ਇੱਕ ਕਿਰਨ ਕੀ ਹੈ ਪ੍ਰਕਾਸ਼ੀ ਕੇਂਦਰ 'ਚੋਂ ਜਿਸ ਤਰ੍ਹਾਂ ਜਾਂਦੀ ਹੈ ਉਸੇ ਤਰ੍ਹਾਂ ਵਾਪਸ ਦੋਨੋਂ ਕਿਰਨਾਂ ਕਿੱਥੇ ਮਿਲ ਰਹੀਆਂ ਏ ਡੈਸ਼ ਬੀ ਡੈਸ਼। ਤਾਂ ਵਸਤੂ ਦਾ ਆਭਾਸੀ ਪ੍ਰਤੀਬਿੰਬ ਬਣ ਰਿਹਾ। ਇਹ ਪਿੱਛੇ ਵਧਾ ਕੇ ਮਿਲਾਈਆਂ ਹੋਈਆਂ ਤੇ ਡੋਟਡ ਬਣਾਉਣਾ ਚਾਹੀਦਾ ਸੀ ਇਹਨਾਂ ਨੂੰ, ਠੀਕ ਆ। ਤਾਂ ਏ ਡੈਸ਼ ਬੀ ਡੈਸ਼ ਜਿਹੜਾ ਹੈਗਾ ਆਭਾਸੀ ਵੱਡਾ ਤੇ ਸਿੱਧਾ ਸੇਮ ਸਾਈਡ 'ਤੇ ਪ੍ਰਤੀਬਿੰਬ ਬਣ ਰਿਹਾ। ਇਹ ਇਹਦੀ ਸਥਿਤੀ ਤੇ ਸਰੂਪ ਹੋ ਗਿਆ। ਦੈਨ ਵਸਤੂ ਨੂੰ ਫੋਕਸ 'ਤੇ ਰੱਖਿਆ ਜਾਂਦਾ। ਹਮੇਸ਼ਾ ਦੋ ਕਿਰਨਾਂ ਹੀ ਯੂਜ਼ ਕਰਨੀ ਹੈ। ਜਿਹੜੀ ਸਮਾਨਾਂਤਰ ਹੈ ਫੋਕਸ ਐਫ 'ਚ ਜਾਏਗੀ, ਪ੍ਰਕਾਸ਼ ਕੇਂਦਰ ਵਾਲੀ ਵਾਪਸ ਆ ਜਾਏਗੀ। ਤਾਂ ਇਹ ਕਿਤੇ ਨਹੀਂ ਮਿਲ ਰਹੀਆਂ। ਇਹਦਾ ਮਤਲਬ ਜਦੋਂ ਵਸਤੂ ਨੂੰ ਫੋਕਸ 'ਤੇ ਰੱਖਿਆ ਜਾਂਦਾ ਤਾਂ ਪ੍ਰਤੀਬਿੰਬ ਕਿੱਥੇ ਬਣਦਾ ਹੈਗਾ ਅਨੰਤ 'ਤੇ। ਤਾਂ ਇਸ ਨੂੰ ਪਰਦੇ 'ਤੇ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਅਨੰਤ 'ਤੇ। ਦੈਨ ਅਵਤਲ ਲੈਂਸ ਦੇ ਸਾਹਮਣੇ ਰੱਖੀ ਵਸਤੂ ਦਾ ਪ੍ਰਤੀਬਿੰਬ ਦੇ ਬਾਰੇ। ਵਸਤੂ ਕਿੱਥੇ ਪਈ ਆ 2F ਤੋਂ ਪਰਾਂ, ਠੀਕ ਹੈ। ਸਮਾਨਾਂਤਰ ਕਿਰਨ ਕੀ ਆ ਖਿੰਡ ਜਾਏਗੀ, ਇੱਕ ਪ੍ਰਕਾਸ਼ ਕੇਂਦਰ 'ਚੋਂ ਜਾ ਰਹੀ ਉਹ ਵਾਪਸ। ਜਿਹੜੀ ਪਹਿਲੀ ਕਿਰਨ ਸੀਗੀ ਤਾਂ ਉਹਨੂੰ ਅੱਗੇ ਵਧਾਇਆ ਤਾਂ ਏ ਡੈਸ਼ ਬੀ ਡੈਸ਼ ਜਿਹੜਾ ਹੈਗਾ ਪ੍ਰਤੀਬਿੰਬ ਬਣ ਰਿਹਾ ਆਭਾਸੀ ਸਿੱਧਾ ਅਤੇ ਛੋਟਾ। ਇਹਦਾ ਮਤਲਬ ਅਵਤਲ ਦਰਪਣ ਦੇ ਤੁਸੀਂ ਕਿਤੇ ਵੀ ਰੱਖੋ, ਠੀਕ ਹੈ, ਸਾਹਮਣੇ ਤਾਂ ਇੱਦਾਂ ਹੀ ਪ੍ਰਤੀਬਿੰਬ ਬਣਦਾ ਹੈਗਾ। ਇਹਦੇ ਲਈ ਸਿਰਫ ਇੱਕੋ ਹੀ ਰੇ ਡਾਇਗਰਾਮ ਹੈ। ਦੁਬਾਰਾ ਅਸੀਂ ਐਨੀਮੇਸ਼ਨ ਦੇ ਰਾਹੀਂ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ। ਅਵਤਲ ਲੈਂਸ ਹੈ, ਵਸਤੂ ਨੂੰ ਕਿੱਥੇ ਰੱਖਿਆ ਸੀ ਸੀ 'ਤੇ। ਤਾਂ ਦੋ ਕਿਰਨਾਂ ਹੈਗੀਆਂ, ਇੱਕ ਸਮਾਨਾਂਤਰ ਜਾ ਰਹੀ ਹੈ, ਇੱਕ ਪ੍ਰਕਾਸ਼ ਕੇਂਦਰ 'ਚੋਂ ਜਾ ਰਹੀ ਹੈ। ਦੇਖੋ ਇਹ ਕਿੱਧਰ ਜਾਂਦੀ ਹੈ, ਠੀਕ ਹੈ। ਜਿਹੜੀ ਸਮਾਨਾਂਤਰ ਕਿਰਨ ਹੈ ਉਹ ਕੀ ਕਰੇਗੀ ਫੋਕਸ ਵਿੱਚੋਂ ਪਾਸ ਹੋਏਗੀ। ਕੰਚ ਅਵਤਲ ਇਹਦੇ ਵਿੱਚੋਂ ਅਪਵਰਤਨ ਹੁੰਦਾ, ਠੀਕ ਹੈ। ਕੰਚ ਦਾ ਜਿਹੜਾ ਲੈਂਸ ਹੈਗਾ ਗਲਾਸ ਦਾ ਬਣਿਆ ਹੋਏਗਾ ਇਸਨੂੰ ਅਪਵਰਤਨ ਕਹਿੰਦੇ ਆ। ਪਰਾਵਰਤਨ ਦਾ ਮੀਨਸ ਹੁੰਦਾ ਉਸੇ ਮਾਧਿਅਮ 'ਚ ਵਾਪਸ ਆਉਣਾ। ਇੱਥੋਂ ਦੇਖੋ ਹਵਾ ਤੋਂ ਕੰਚ 'ਚ ਗਈ ਤਾਂ ਇਹ ਅਪਵਰਤਨ ਹੋ ਰਿਹਾ। ਫਿਰ ਲਾਈਟ ਕੰਚ ਤੋਂ ਕਿੱਥੇ ਗਈ ਹਵਾ 'ਚ, ਫਿਰ ਦੁਬਾਰਾ ਫਿਰ ਅਪਵਰਤਨ ਹੋ ਰਿਹਾ। ਤਾਂ ਜਿਹੜੀ ਸਮਾਨਾਂਤਰ ਕਿਰਨ ਹੈ ਉਹ ਫੋਕਸ ਐਫ 'ਚੋਂ ਪਾਸ ਹੋ ਗਈ ਔਰ ਜਿਹੜੀ ਪ੍ਰਕਾਸ਼ ਕੇਂਦਰ ਉਹਦੇ ਵਿੱਚੋਂ ਜਾ ਰਹੀ ਹੈਗੀ ਆ ਉਹ ਕਿਰਨ ਉਵੇਂ ਹੀ ਵਾਪਸ ਆ ਜਾਂਦੀ ਹੈਗੀ ਆ। ਹੁਣ ਦੇਖਦੇ ਹਾਂ ਦੋਨੋਂ ਕਿਰਨਾਂ ਜਿੱਥੇ ਵੀ ਮਿਲਣਗੀਆਂ ਉਸ ਜਗ੍ਹਾ 'ਤੇ ਸੱਚੀ ਮੁੱਚੀ ਮਿਲ ਰਹੀਆਂ ਹੈਗੀਆਂ ਤਾਂ ਇੱਥੇ ਕੀ ਬਣ ਜਾਏਗਾ ਪ੍ਰਤੀਬਿੰਬ, ਠੀਕ ਹੈ। ਦੇ ਆਰ ਮੀਟਿੰਗ ਹੇਅਰ। ਤਾਂ ਤੁਸੀਂ ਦੇਖ ਸਕਦੇ ਹੋ ਜਿਸ ਪੁਆਇੰਟ 'ਤੇ ਤਾਂ ਏ ਡੈਸ਼ ਬੀ ਡੈਸ਼ ਜਿਹੜਾ ਹੈਗਾ ਸੇਮ ਸਾਈਜ਼ ਦਾ ਵਾਸਤਵਿਕ ਅਤੇ ਉਲਟਾ ਪ੍ਰਤੀਬਿੰਬ ਬਣ ਰਿਹਾ। ਹੋਪ ਸੋ ਤੁਸੀਂ ਇਹ ਪੋਜੀਸ਼ਨ ਸਮਝੀ ਹੋਏਗੀ। ਇੱਦਾਂ ਹੀ ਸਾਰੀਆਂ ਡਾਇਗਰਾਮਸ ਤੁਸੀਂ ਡਰੋ ਕਰਨੀਆਂ ਹੈਗੀਆਂ। ਫਿਰ ਲੈਂਸ ਦੇ ਬਾਰੇ ਉੱਤਰ ਲੈਂਸ ਨੂੰ ਅਭਿਸਾਰੀ ਅਤੇ ਅਵਤਲ ਲੈਂਸ ਨੂੰ ਅਪਸਾਰੀ ਕਹਿੰਦੇ ਆ। ਜਿੱਧਰ ਕਿਰਨ ਜਾਏਗੀ ਫੋਕਸ ਵੀ ਉਸੇ ਡਾਇਰੈਕਸ਼ਨ 'ਚ ਮਾਪਦੇ ਹੈਗੇ ਆ। ਤਾਂ ਇਹਦਾ ਫੋਕਸ ਕੀ ਹੋਏਗਾ ਪੋਜ਼ੀਟਿਵ। ਇੱਥੇ ਦੇਖੋ ਆ ਲਾਈਟ ਜਾ ਰਹੀ ਹੈਗੀ ਹੈ ਖਿੰਡ ਗਈ ਇਹਨੂੰ ਪਿੱਛੇ, ਲਾਈਟ ਇੱਧਰ ਜਾ ਰਹੀ ਹੈਗੀ ਹੈ, ਦੂਰੀ ਤੁਸੀਂ ਇੱਧਰ ਮਾਪ ਰਹੇ ਹੋ ਤਾਂ ਐਫ ਕੀ ਹੋਏਗੀ ਇਹਦੀ ਨੈਗੇਟਿਵ ਹੋਏਗੀ। ਔਰ ਇੱਥੇ ਇੱਕ ਲੈਂਸ ਦੀ ਸ਼ਕਤੀ ਦਾ ਵੀ ਫਾਰਮੂਲਾ ਆਉਂਦਾ ਉਹ ਅਸੀਂ ਬਾਅਦ 'ਚ ਕਰਾਂਗੇ ਕਿਸੇ ਲੈਂਸ ਦੀ ਪਾਵਰ ਕਿਵੇਂ ਕੱਢਦੇ ਹੈਗੇ ਆ। ਔਰ ਅਸੀਂ ਇਹ ਦੇਖ ਸਕਦੇ ਹਾਂ ਅਵਤਲ ਦਰਪਣ ਦੇ ਸਾਹਮਣੇ ਅਵਤਲ ਲੈਂਸ ਦੇ ਸਾਹਮਣੇ ਰੱਖੀ ਵਸਤੂ ਦਾ ਪ੍ਰਤੀਬਿੰਬ। ਸਮਾਨਾਂਤਰ ਕਿਰਨ ਜਿਹੜੀ ਹੈਗੀ ਇੱਦਾਂ ਪ੍ਰਤੀਤ ਹੁੰਦੀ ਹੈ ਫੋਕਸ ਐਫ 'ਚੋਂ ਲੰਘਦੀ ਆ ਇੱਕ ਓ 'ਚੋਂ। ਤਾਂ ਇਹ ਕੀ ਹੈ ਹਮੇਸ਼ਾ ਇੱਥੇ ਇਹਦੇ ਸਾਹਮਣੇ ਆ ਦੇਖੋ ਸਮਾਨਾਂਤਰ ਕਿਰਨ ਹੈ ਫੋਕਸ ਐਫ 'ਚੋਂ ਪ੍ਰਤੀਤ ਹੁੰਦੀ ਹੈ ਜੋ ਓ 'ਚੋਂ ਲੰਘ ਰਹੀ ਆ ਉਵੇਂ ਵਾਪਸ, ਠੀਕ ਹੈ। ਤਾਂ ਇੱਥੇ ਕੀ ਹੈ ਪ੍ਰਤੀਬਿੰਬ ਬਣ ਜਾਏਗਾ ਛੋਟਾ ਸਿੱਧਾ ਅਤੇ ਆਭਾਸੀ ਪ੍ਰਤੀਬਿੰਬ ਬਣਦਾ ਅਵਤਲ ਲੈਂਸ ਦੇ ਸਾਹਮਣੇ ਰੱਖੀ ਵਸਤੂ ਦਾ ਪ੍ਰਤੀਬਿੰਬ, ਠੀਕ ਹੈ। ਇਹ ਵੀ ਇੱਕ ਰੇ ਡਾਇਗਰਾਮ ਹੈਗੀ ਹੈ ਕਿਵੇਂ ਡਰੋ ਕਰਨੀ ਹੈ। ਸਿਰਫ ਦੋ ਕਿਰਨਾਂ ਯੂਜ਼ ਕਰਨੀਆਂ, ਤਿੰਨ ਨਹੀਂ ਯੂਜ਼ ਕਰਨੀਆਂ ਬਣਾਉਣ ਲਈ, ਠੀਕ ਹੈ। ਬਾਰ ਇੱਕੋ ਹੀ ਡਾਇਗਰਾਮਸ ਜਾਂ ਐਨੀਮੇਸ਼ਨ ਇਸ ਲਈ ਦਿਖਾ ਰਹੇ ਹਾਂ। ਦੇਖੋ ਅਵਤਲ ਲੈਂਸ ਹੈ, ਫੋਕਲ ਪੁਆਇੰਟ ਹੈ, ਦੈਨ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਇਹਦੇ ਸਾਹਮਣੇ ਰੱਖੀ ਵਸਤੂ ਕਿਸੇ ਵੀ ਪੋਜੀਸ਼ਨ 'ਤੇ। ਤਾਂ ਇਹ ਜਿਹੜੀ ਸਮਾਨਾਂਤਰ ਕਿਰਨ ਹੈਗੀ ਆ ਮੁੱਖ ਧੁਰੇ ਦੇ ਸਮਾਨਾਂਤਰ ਕਿਰਨ ਉਹ ਕੀ ਕਰੇਗੀ ਜਦੋਂ ਹਵਾ ਤੋਂ ਗਲਾਸ 'ਚ ਜਾਏਗੀ ਤਾਂ ਇਹਦਾ ਕੀ ਹੋਏਗਾ ਅਪਵਰਤਨ ਹੋਏਗਾ, ਅਭਿਲੰਬ ਤੋਂ ਪਰਾਂ ਮੁੜ ਜਾਏਗੀ, ਠੀਕ। ਦੇਖੋ ਕਿਰਨ ਕੀ ਹੈ
ਖਿੰਡ ਗਈਆਂ। ਇਸ 'ਚ ਅਵਤਲ ਦਰਪਣ ਕੀ ਲੈਂਸ ਕੀ ਕਰਦਾ ਹੈ, ਕਿਰਨਾਂ ਨੂੰ ਖਿੰਡਾਉਂਦਾ। ਤਾਂ ਸਾਨੂੰ ਅਸੀਂ ਅਗਰ ਇਹਨੂੰ ਟਰੇਸ ਕਰੀਏ ਤਾਂ ਸਾਨੂੰ ਇਹ ਲੱਗਦਾ ਠੀਕ ਹੈ ਕਿ ਇਹ ਲਾਈਟ ਕਿੱਥੋਂ ਆ ਰਹੀ ਹੈਗੀ ਆ, ਫੋਕਸ ਐਫ 'ਚੋਂ ਆ ਰਹੀ ਹੈਗੀ ਆ। ਠੀਕ ਹੈ, ਇਹ ਡਾਟਡ ਬਣਾਉਣੀ ਹੈ ਜਿਹੜੀ ਬਾਅਦ 'ਚ ਪਿੱਛੇ ਬੈਕ ਵਧਾ ਕੇ ਤੁਸੀਂ ਬਣਾਈ ਹੈਗੀ ਆ। ਇੱਕ ਕਿਰਨ ਅਸੀਂ ਪ੍ਰਕਾਸ਼ ਕੇਂਦਰ ਦੇ ਵਿੱਚੋਂ ਪਾਸ ਕਰਦੇ ਹਾਂ। ਠੀਕ ਹੈ, ਥੋੜ੍ਹਾ ਸਲੋ ਚਲਾਇਆ ਹੈਗਾ ਡਾਇਗਰਾਮ ਨੂੰ ਤਾਂ ਕਿ ਤੁਹਾਨੂੰ ਪੂਰੀ ਸਮਝ ਆ ਜਾਏ। ਤਾਂ ਜਿਹੜੀ ਆ ਹੁਣ ਪ੍ਰਕਾਸ਼ ਕੇਂਦਰ 'ਚੋਂ ਪਾਸ ਕਰ ਰਹੀ ਆ ਉਵੇਂ ਹੀ ਵਾਪਸ ਮੁੜ ਜਾਏਗੀ। ਤਾਂ ਇਸ ਪੋਜੀਸ਼ਨ 'ਤੇ ਦੋਨੋਂ ਰੇਜ਼ ਮਿਲ ਰਹੀਆਂ। ਆਭਾਸੀ ਸਿੱਧਾ ਅਤੇ ਛੋਟੇ ਸਾਈਜ਼ ਦਾ ਪ੍ਰਤੀਬਿੰਬ ਬਣੇਗਾ। ਠੀਕ ਹੈ, ਦੁਬਾਰਾ ਦੇਖ ਸਕਦੇ ਹੋ ਕਿ ਆ ਅਵਤਲ ਲੈਂਸ ਹੈ, ਵਿਚਾਲੋ ਪਤਲਾ ਹੈ, ਮੋਟਾ ਹੈ, ਅਤੇ ਇਹਦਾ ਫੋਕਸ ਕੀ ਹੋਏਗਾ, -F ਹੋਏਗਾ। ਠੀਕ ਹੈ, ਫੋਕਲ ਦੂਰੀ ਜਿਹੜੀ ਹੈਗੀ ਆ ਵਕਰਤਾ ਕੇਂਦਰ ਦਾ ਅੱਧ ਹੁੰਦੀ ਆ, ਜਾਂ ਜਿੱਥੇ ਲਾਈਟ ਕੀ ਆ ਫੋਕਸ ਹੁੰਦੀ ਆ। ਜਿਹੜੀ ਕਿਰਨ ਸਮਾਨਾਂਤਰ ਜਾਏਗੀ ਇੱਦਾਂ ਇਸੇ ਤਰ੍ਹਾਂ ਹੀ ਡਰੋ ਕਰਨੀਆਂ ਹੈਗੀਆਂ ਤੁਸੀਂ ਸਾਰੀਆਂ ਡਾਇਗਰਾਮ। ਸਮਾਨਾਂਤਰ ਕਿਰਨ ਕੀ ਹੈ, ਖਿੰਡ ਗਈ। ਠੀਕ ਹੈ, ਅਤੇ ਇੱਦਾਂ ਲੱਗੇਗਾ ਕਿ ਇੱਦਾਂ ਸਲੋਲੀ ਤੁਸੀਂ ਆਪਣੀ ਕਾਪੀ 'ਤੇ ਸੇਮ ਡਾਇਗਰਾਮ ਜਿੰਨੀ ਪ੍ਰੈਕਟਿਸ ਜ਼ਿਆਦਾ ਕਰੋਗੇ ਡਰੋ ਕਰਨ ਦੀ, ਦੇਖਣ ਦੀ, ਓਨਾ ਜ਼ਿਆਦਾ ਤੁਹਾਨੂੰ ਕਲੈਰਿਟੀ ਹੁੰਦੀ ਹੈ ਟੋਪਿਕ ਦੀ। ਠੀਕ ਹੈ, ਕਿਸੇ ਵੀ ਕੁਐਸਚਨ ਦਾ ਆਨਸਰ ਦੇਣਾ ਵੀ ਅਵਤਲ ਦਰਪਣ ਅਵਤਲ ਲੈਂਸ ਦੇ ਸਾਹਮਣੇ ਹਮੇਸ਼ਾ ਵਸਤੂ ਕੀ ਦਿਖਦੀ ਹੈ, ਛੋਟੀ ਦਿਖਦੀ ਹੈ। ਠੀਕ ਹੈ, ਅਵਤਲ ਲੈਂਸ ਤਾਂ ਅਸੀਂ ਇਹਨੂੰ ਛੋਟੀਆਂ ਮਤਲਬ ਜ਼ਿਆਦਾ ਏਰੀਆ ਜ਼ਿਆਦਾ ਦਿਖੇਗਾ। ਠੀਕ ਹੈ, ਉਹਦੇ ਲਈ ਉੱਤਲ ਦਰਪਣ ਚਾਹੁੰਦਾ। ਤਾਂ ਇਹ ਕੀ ਹੈ, ਛੋਟਾ ਸਿੱਧਾ ਅਤੇ ਆਭਾਸੀ ਪ੍ਰਤੀਬਿੰਬ ਬਣਦਾ ਹੈਗਾ ਅਵਤਲ ਲੈਂਸ ਦੇ ਸਾਹਮਣੇ ਰੱਖੀ ਵਸਤੂ ਦਾ। ਦੁਬਾਰਾ ਫਿਰ ਤੁਸੀਂ ਇਸ 'ਚ ਦੇਖ ਸਕਦੇ ਹੋ ਕਿ ਇੱਦਾਂ ਲੱਗਦਾ ਕਿ ਪ੍ਰਕਾਸ਼ ਵਸਤੂ ਕੀ ਪਈ ਆ ਅਨੰਤ 'ਤੇ। ਠੀਕ ਹੈ, ਦੋ ਫੋਕਸ ਹੈ ਕਿਉਂਕਿ ਇਹ ਜਿਹੜਾ ਲੈਂਸ ਹੈ ਦੋ ਸਫੀਅਰ ਤੋਂ ਮਿਲ ਕੇ ਬਣਿਆ ਹੈਗਾ। ਤਾਂ ਇਹਦੇ ਦੋ ਵਕਰਤਾ ਕੇਂਦਰ ਹੈਗੇ ਆ, C1 C2 ਅਤੇ F1 F2। ਇਹਦੇ ਫੋਕਸ ਹੈਗੇ ਆ ਉਹਨੂੰ ਕੀ ਕਹਾਂਗੇ, ਪ੍ਰਕਾਸ਼ ਕੇਂਦਰ। ਔਰ ਲਾਈਨ ਜਿਹੜੀ ਇਸ 'ਚੋਂ ਪਾਸ ਹੋ ਰਹੀ ਹੈ ਯੈਲੋ ਕਲਰ ਵਾਲੀ ਉਹਨੂੰ ਮੁੱਖ ਧੁਰਾ ਕਹਿੰਦੇ ਆ, ਪ੍ਰਿੰਸੀਪਲ ਐਕਸਿਸ। ਸਮਾਨਾਂਤਰ ਕਿਰਨ ਕੀ ਹੋ ਜਾਏਗੀ, ਖਿੰਡਾਅ ਹੁੰਦਾ। ਤਾਂ ਕਰਕੇ ਅਵਤਲ ਲੈਂਸ ਨੂੰ ਅਪਸਾਰੀ ਲੈਂਸ ਕਹਿੰਦੇ ਹੈਗੇ ਆ। ਔਰ ਲਾਈਟ ਦਾ ਕਿਵੇਂ ਲੱਗਦਾ ਹੈਗਾ ਕਿ ਫੋਕਸ F1 'ਚੋਂ ਆ ਰਹੀ ਹੈਗੀ ਆ। ਤਾਂ ਇਹਦਾ ਕੀ ਹੋ ਗਿਆ, ਫੋਕਸ ਆਭਾਸੀ ਫੋਕਸ ਹੁੰਦਾ। ਠੀਕ ਹੈ, ਦੇਖੋ ਲਾਈਟ ਕੀ ਹੈ, ਖਿੰਡ ਰਹੀ ਹੈਗੀ ਆ, ਤਾਂ ਕਰਕੇ ਟਾਰਚ ਹੁੰਦੀ ਆ, ਉਹਦੇ ਵਿੱਚ ਵੀ ਅਸੀਂ ਇਹਨੂੰ ਯੂਜ਼ ਕੀਤਾ ਹੁੰਦਾ ਅਵਤਲ ਲੈਂਸ ਨੂੰ। ਤਾਂ ਇੱਦਾਂ ਪ੍ਰਤੀਤ ਹੁੰਦਾ ਹੈ ਕਿ ਲਾਈਟ ਕਿੱਥੋਂ ਆ ਰਹੀ ਆ, ਫੋਕਸ F1 ਤੋਂ। ਤਾਂ ਇਹਦਾ ਜਿਹੜਾ ਫੋਕਸ ਹੈ ਲੈਫਟ ਸਾਈਡ ਵਾਲਾ ਹੈ, ਖੱਬੇ ਪਾਸੇ ਵਾਲਾ, ਅਤੇ ਮਾਈਨਸ ਹੋਏਗਾ ਕਿਉਂਕਿ ਲਾਈਟ ਕੀ ਹੈ ਸਮਾਨਾਂਤਰ ਜਾ ਰਹੀ ਹੈ। ਅਤੇ ਅਸੀਂ ਮੇਜ਼ਰਮੈਂਟਸ ਕਿੱਧਰੋਂ ਕਰਦੇ ਹਾਂ, ਮਾਪਦੇ ਕਿੱਥੋਂ ਹੈ ਫੋਕਸ ਦੂਰੀ, ਇਸ ਸਾਈਡ ਤੋਂ, ਖੱਬੇ ਹੱਥ ਤੋਂ। ਠੀਕ ਹੈ, ਤਾਂ ਐਫ ਕੀ ਹੋਏਗਾ, ਨੈਗੇਟਿਵ। ਤਾਂ ਇੱਥੇ ਛੋਟਾ ਸਾਈਜ਼ ਦੀ ਵਰਚੁਅਲ ਆਭਾਸੀ ਅਤੇ ਸਿੱਧਾ ਪ੍ਰਤੀਬਿੰਬ ਬਣੇਗਾ। ਇਹ ਹੈਗਾ ਅਵਤਲ ਲੈਂਸ ਦੇ ਸਾਹਮਣੇ। ਠੀਕ ਹੈ, ਜੇ ਵਸਤੂ ਕੀ ਆ ਅਨੰਤ 'ਤੇ ਪਈ ਹੈਗੀ ਹੈ। ਤਾਂ ਇਹਦੀ ਫੋਕਸ ਦੂਰੀ ਤੁਸੀਂ ਇੱਧਰਲੀ ਮਾਪੋਗੇ ਔਰ ਇਹ ਪ੍ਰਕਾਸ਼ ਨੂੰ ਕੀ ਕਰਾ ਰਿਹਾ, ਖੰਡਾ ਰਿਹਾ। ਉੱਤਲ ਲੈਂਸ ਦੀ ਫੋਕਸ ਦੂਰੀ ਕਿਆ ਹੈ, ਪਲੱਸ ਹੈਗੀ ਆ। ਅਵਤਲ ਲੈਂਸ ਦੀ ਫੋਕਸ ਦੂਰੀ ਕਿਆ ਹੋਏਗੀ, ਨੈਗੇਟਿਵ ਹੋਏਗੀ। ਬਾਰ ਰੈਪੀਟੀਸ਼ਨ ਇਸ ਲਈ ਕੀਤੀ ਜਾਂਦੀ ਆ ਕਿ ਬੱਚਿਆਂ ਨੂੰ ਅੱਛੀ ਤਰ੍ਹਾਂ ਯਾਦ ਹੋ ਜਾਏ। ਉੱਤਲ ਲੈਂਸ ਦੀ ਫੋਕਸ ਦੂਰੀ ਰਾਈਟ ਸਾਈਡ ਹੈ, ਇਹਦੀ ਕੀ ਹੈ ਲੈਫਟ 'ਤੇ ਹੈ, ਮਾਈਨਸ। ਠੀਕ ਹੈ, ਅਵਤਲ ਲੈਂਸ ਦੀ। ਆਓ ਅਸੀਂ ਜਾਣੀਏ ਲੈਂਸਾਂ ਨੂੰ ਅਸੀਂ ਕਿੱਥੇ ਵਰਤਦੇ ਹੈਗੇ ਆ। ਜਿਹੜਾ ਉੱਤਲ ਲੈਂਸ ਆ ਉਹਨੂੰ ਕੈਮਰੇ ਜਾਂ ਮਾਈਕਰੋਸਕੋਪ ਦੇ ਵਿੱਚ ਵਰਤਿਆ ਜਾਂਦਾ ਕਿਉਂਕਿ ਉੱਤਲ ਲੈਂਸ ਦੇ ਵਿੱਚ ਚੀਜ਼ਾਂ ਕੀ ਸੀ, ਵੱਡੀਆਂ ਨਜ਼ਰ ਆਉਂਦੀਆਂ ਸੀ। ਤਾਂ ਇਹਨੂੰ ਸਿੰਪਲ ਮਾਈਕਰੋਸਕੋਪ 'ਚ ਨਜ਼ਰ ਆਉਂਦਾ ਦੇਖਿਆ ਜਾਂਦਾ। ਔਰ ਟਾਰਚ ਦੇ ਵਿੱਚ ਜਾਂ ਬਾਈਨੋਕੂਲਰ ਦੇ ਵਿੱਚ ਅਵਤਲ ਲੈਂਸ ਦੀ ਵਰਤੋਂ ਕੀਤੀ ਜਾਂਦੀ ਹੈਗੀ ਆ ਛੋਟਾ ਦੇਖਣ ਲਈ। ਠੀਕ ਆ, ਪ੍ਰੋਜੈਕਟਰ ਅਤੇ ਟਾਰਚ, ਬਾਈਨੋਕੂਲਰ, ਟੈਲੀਸਕੋਪ ਔਰ ਡੋਰ ਸਪਾਈ ਹੋਲਸ ਦੇ ਵਿੱਚ ਅਸੀਂ ਅਵਤਲ ਲੈਂਸ ਨੂੰ, ਕਿਉਂਕਿ ਇਹ ਲਾਈਟ ਨੂੰ ਖਿੰਡਾਉਂਦਾ ਹੈਗਾ। ਔਰ ਉੱਤਲ ਲੈਂਸ ਨੂੰ ਅਸੀਂ ਐਜ਼ ਏ ਵੱਡਦਰਸ਼ੀ ਲੈਂਸ ਮਾਈਕਰੋਸਕੋਪ ਦੇ ਵਿੱਚ ਸੂਖਮਦਰਸ਼ੀ ਦੇ ਤੌਰ 'ਤੇ ਵਰਤਦੇ ਹਾਂ ਚੀਜ਼ਾਂ ਨੂੰ ਵੱਡਾ। ਤੁਸੀਂ ਇੱਦਾਂ ਕਰੀਓ ਦੋਨੋਂ ਲੈਂਸ ਲਈਓ ਪਹਿਲਾਂ ਟੱਚ ਦੇ ਨਾਲ। ਠੀਕ ਹੈ, ਜਿਹੜਾ ਵਿਚਾਲੋ ਮੋਟਾ ਹੋਏਗਾ ਉੱਤਲ ਲੈਂਸ, ਜਿਹੜਾ
ਵਿਚਾਲੋਂ ਪਤਲਾ ਹੋਏਗਾ ਉਹ ਕੀ ਹੋਏਗਾ, ਅਵਤਲ ਲੈਂਸ। ਜਿਸ ਰਾਹੀਂ ਅੱਖਰ ਵੱਡੇ ਦਿਖਣਗੇ ਉਹ ਕੀ ਹੋਊਗਾ, ਉੱਤਲ ਲੈਂਸ। ਜਿਸ ਰਾਹੀਂ ਛੋਟੇ ਦਿਖਣਗੇ ਉਹ ਕੀ ਹੋਏਗਾ, ਅਵਤਲ ਲੈਂਸ। ਤਾਂ ਕਰਕੇ ਅਸੀਂ ਇੱਦਾਂ ਟੱਚ ਰਾਹੀਂ ਔਰ ਨਿਊਜ਼ਪੇਪਰ ਦੇ ਲੈਟਰਸ ਦੇਖੋ, ਠੀਕ ਹੈ। ਜੇ ਤਾਂ ਵੱਡੇ ਦਿਖ ਰਹੇ ਆ ਤਾਂ ਸਾਨੂੰ ਉਹ ਕੀ ਉੱਤਲ ਲੈਂਸ ਹੈ, ਜੇ ਛੋਟੇ ਆ ਤਾਂ ਇੱਦਾਂ ਅਸੀਂ ਇਹਨੂੰ ਯੂਜ਼ ਕਰਦੇ ਹਾਂ। ਅਵਤਲ ਲੈਂਸ ਨੂੰ ਆਈ ਗਲਾਸਿਸ ਦੇ ਲਈ, ਟੈਲੀਸਕੋਪ 'ਚ, ਫਲੈਸ਼ ਲਾਈਟ ਲਈ, ਬਾਈਨੋਕੂਲਰ ਲਈ, ਠੀਕ ਹੈ। ਇਹ ਸੀਗਾ ਸਾਰਾ। ਹੋਪ ਸੋ ਤੁਹਾਨੂੰ ਸਮਝ ਆ ਚੁੱਕਿਆ ਹੋਣਾ। ਐਂਡ 'ਤੇ ਫਿਰ ਅਸੀਂ ਦਿਖਾ ਰਹੇ ਹੈਗੇ ਆ ਇਹ ਲਗਾ ਕੇ ਕਿ ਕਨਵੈਕਸ ਉੱਤਲ ਲੈਂਸ ਲਗਾਉਂਦੇ ਹਾਂ ਤਾਂ ਦੇਖੋ ਲਾਈਟ ਕੀ ਹੈ, ਇਕੱਠੀ ਹੋ ਰਹੀ ਹੈ। ਅਵਤਲ ਲੈਂਸ ਦੇ ਨਾਲ ਲਾਈਟ ਦਾ ਕੀ ਹੋ ਰਿਹਾ, ਖਿੰਡਾਓ ਹੋ ਰਿਹਾ। ਹੋਪ ਸੋ ਇਹਨਾਂ ਸਾਰੀਆਂ ਐਨੀਮੇਸ਼ਨ ਵੀਡੀਓਜ਼ ਰਾਹੀਂ ਤੁਹਾਨੂੰ ਜਾਂ ਬੁੱਕ 'ਚੋਂ ਪੜ੍ਹ ਕੇ, ਠੀਕ ਹੈ, ਰੈਪੀਟੀਸ਼ਨ ਮੇਕਸ ਪ੍ਰੈਕਟਿਸ ਮੇਕ ਏ ਮੈਨ ਪਰਫੈਕਟ। ਤਾਂ ਇਹ ਇੱਕ ਸਿਰਫ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ, ਠੀਕ ਹੈ, ਦੇਖ ਕੇ ਸਮਝ ਆਵੇ, ਠੀਕ ਹੈ। ਤਈਓ ਬਾਰ ਬਾਰ ਇੱਕ ਹੀ ਤੁਹਾਨੂੰ ਆਹ ਦੇਖੋ ਉੱਤਲ ਅਵਤਲ ਲੈਂਸ ਰੱਖਿਆ ਤਾਂ ਕਿਰਨਾਂ ਕੀ ਹੋ ਗਈਆਂ, ਖਿੰਡ ਰਹੀਆਂ। ਆਹ ਦੇਖੋ, ਠੀਕ ਹੈ। ਕੀ ਇਹ ਸਾਰੀ ਕਿਰਨਾਂ ਇਕੱਠੀਆਂ ਹੋ ਗਈਆਂ ਅਤੇ ਕੀ ਹੈ, ਖਿੰਡਾਅ ਹੋ ਰਿਹਾ। ਪਹਿਲੇ ਲੈਂਸ ਨੂੰ, ਉੱਤਲ ਲੈਂਸ ਨੂੰ ਅਭਿਸਾਰੀ ਅਤੇ ਅਪਸਾਰੀ ਲੈਂਸ ਕਿਹਾ ਜਾਂਦਾ। ਥੈਂਕ ਯੂ ਫੋਰ ਵਾਚਿੰਗ ਦੀ ਵੀਡੀਓ।